ਸਤਿ ਸ਼੍ਰੀ ਅਕਾਲ एवरीवन। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ। ਮੇਰਾ ਨਾਮ ਹੈ ਸੰਦੀਪ ਸਿੰਘ ਤੇ ਆਪਾਂ ਕਰ ਰਹੇ ਸੀ ਚੈਪਟਰ ਟਰਾਂਸਫਾਰਮਰਸ। ਪਿਛਲੇ ਲੈਕਚਰ 'ਚ ਆਪਾਂ ਟਰਾਂਸਫਾਰਮਰਸ ਬਾਰੇ ਪੜ੍ਹਿਆ ਸੀ ਕਿ ਉਹਨਾਂ ਦੀ ਕੋਰ ਤੇ ਵਾਈਂਡਿੰਗ ਕਿਵੇਂ ਬਣੀ ਹੁੰਦੀ ਹੈ। ਠੀਕ ਹੈ, ਤੇ ਲੈਕਚਰ ਦੇ ਅੰਤ ਤੱਕ ਆਉਂਦੇ ਮੈਂ ਤੁਹਾਨੂੰ ਜਸਟ ਇੰਟਰੋਡਿਊਸ ਕੀਤਾ ਸੀ, ਦੱਸਿਆ ਸੀ ਕਿ ਆਈਡੀਅਲ ਟਰਾਂਸਫਾਰਮਰ ਬਾਰੇ ਵਰਡ ਇੱਕ ਆਪਾਂ ਪੜ੍ਹਿਆ ਸੀ, ਆਈਡੀਅਲ ਟਰਾਂਸਫਾਰਮਰ ਥੋੜ੍ਹਾ ਦੱਸਿਆ ਸੀ ਉਹਦੇ ਬਾਰੇ ਕੀ ਹੁੰਦੇ ਆ। ਅੱਜ ਦੇ ਲੈਕਚਰ 'ਚ ਆਪਾਂ ਇਹਦੇ ਬਾਰੇ ਡਿਟੇਲ 'ਚ ਪੜ੍ਹਾਂਗੇ, ਜ਼ਿਆਦਾ ਗਹਿਰਾਈ 'ਚ ਪੜ੍ਹਾਂਗੇ ਕਿ ਆਈਡੀਅਲ ਟਰਾਂਸਫਾਰਮਰ ਕੀ ਹੁੰਦੇ ਨੇ। ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਟਰਾਂਸਫਾਰਮਰ ਕੀ ਹੈ। ਇੱਕ ਕੋਰ ਹੈ ਜਿਹੜੀ ਕਿ ਫੈਰਸ ਮਟੀਰੀਅਲ ਦੀ ਬਣੀ ਹੁੰਦੀ ਹੈ। ਠੀਕ ਹੈ ਜੀ, ਇਹਦੇ ਤੇ ਇੱਕ ਵਾਈਂਡਿੰਗ ਹੁੰਦੀ ਹੈ। ਠੀਕ ਹੈ ਜੀ, ਹੁਣ ਟਰਾਂਸਫਾਰਮਰ ਨੂੰ ਆਪਾਂ ਰੀਪ੍ਰਜੈਂਟ ਕਿਵੇਂ ਕਰਦੇ ਹਾਂ। ਆਹ ਟਰਾਂਸਫਾਰਮਰ ਦੇ ਸਟਰਕਚਰ ਪੜ੍ਹਿਆ ਸੀ ਆਪਾਂ, ਇਹਨੂੰ ਹੁਣ ਆਪਾਂ ਰੀਪ੍ਰਜੈਂਟ ਕਿਵੇਂ ਕਰਦੇ ਹਾਂ। ਟਰਾਂਸਫਾਰਮਰ ਨੂੰ ਬੇਸਿਕਲੀ ਆਪਾਂ ਰੀਪ੍ਰਜੈਂਟ ਕਰ ਦਿੰਦੇ ਹਾਂ, ਵਾਈਂਡਿੰਗ ਬਣਾ ਦਿੰਦੇ ਹਾਂ, ਪ੍ਰਾਇਮਰੀ ਵਾਈਂਡਿੰਗ ਕਹਿ ਲਓ ਇਹਨੂੰ। ਆਹ ਜਿਹੜਾ N1 ਹੈ ਇਹ ਨੰਬਰ ਆਫ ਟਰਨਸ ਕਿੰਨੀ ਹੈ, ਇਹਨੂੰ ਕਿੰਨੀ ਵਾਰੀ ਲਪੇਟਿਆ ਗਿਆ। ਆਹ N2 ਮਤਲਬ ਇਹਦੀ ਸੈਕੰਡਰੀ ਵਾਈਂਡਿੰਗ ਦੀਆਂ ਕਿੰਨੀ ਟਰਨਸ ਨੇ। ਵਿਚਾਲੇ ਦੋ ਪੈਰਲਲ ਡੰਡੀਆਂ। ਇਸ ਤਰੀਕੇ ਤੇ ਆਪਾਂ ਟਰਾਂਸਫਾਰਮਰ ਨੂੰ ਰੀਪ੍ਰਜੈਂਟ ਕਰਦੇ ਹਾਂ, ਡਿਨੋਟ ਕਰਦੇ ਹਾਂ ਕਾਪੀ 'ਚ। ਠੀਕ ਹੈ, ਤੇ ਮੰਨ ਲਓ ਪ੍ਰਾਇਮਰੀ ਵਾਈਂਡਿੰਗ 'ਚ ਕਰੰਟ ਇਸ ਡਾਇਰੈਕਸ਼ਨ 'ਚ ਫਲੋ ਕਰ ਰਿਹਾ, ਤਾਂ ਇੱਥੇ ਬਿੰਦੂ ਲਗਾ ਦਾਂਗੇ। ਇਹ ਬਿੰਦੂ ਲਗਾਉਣ ਦਾ ਮਤਲਬ ਕੀ ਹੈ ਕਿ ਵਾਈਂਡਿੰਗ 'ਚ ਕਰੰਟ ਇਸ ਦਿਸ਼ਾ ਤੋਂ ਐਂਟਰ ਕਰ ਰਿਹਾ, ਇਸ ਦਿਸ਼ਾ ਤੋਂ ਵਾਈਂਡਿੰਗ 'ਚ ਕਰੰਟ ਐਂਟਰ ਕਰ ਰਿਹਾ। ਅਤੇ ਦੂਜੀ ਵੀ ਜੇ ਕਰੰਟ ਇਸ ਤਰ੍ਹਾਂ ਹੀ ਫਲੋ ਕਰੇਗਾ ਦੂਜੀ ਵਾਈਂਡਿੰਗ 'ਚ ਵੀ, ਤਾਂ ਉੱਥੇ ਵੀ ਸਿਮਿਲਰਲੀ ਐਵੇਂ ਹੀ ਬਿੰਦੂ ਲਗਾ ਦਾਂਗੇ। ਇਹਦਾ ਮਤਲਬ ਕੀ ਹੈ ਕਿ ਵਾਈਂਡਿੰਗ 'ਚ ਕਰੰਟ ਇਸ ਦਿਸ਼ਾ ਤੋਂ, ਇਸ ਡਾਇਰੈਕਸ਼ਨ ਤੋਂ ਐਂਟਰ ਕਰ ਰਿਹਾ। ਠੀਕ ਹੈ ਜੀ, ਸੋ ਆਹ ਹੈ ਰੀਪ੍ਰਜੈਂਟੇਸ਼ਨ ਇੱਕ ਆਈਡੀਅਲ ਟਰਾਂਸਫਾਰਮਰ ਦੀ। ਇਹਨੂੰ ਆਪਾਂ ਕਾਪੀ 'ਚ ਬਣਾਉਣਾ ਹੋਵੇ ਤਾਂ ਇਸ ਤਰ੍ਹਾਂ ਬਣਾਵਾਂਗੇ ਆਈਡੀਅਲ ਟਰਾਂਸਫਾਰਮਰ। ਠੀਕ ਹੈ ਜੀ, ਹੁਣ ਕੁਝ ਕੁ ਫੀਚਰ ਆਈਡੀਅਲ ਟਰਾਂਸਫਾਰਮਰ ਦੇ ਕੀ ਹੁੰਦੇ ਨੇ, ਕੀ ਖਾਸੀਅਤ ਹੁੰਦੀ ਆਈਡੀਅਲ ਟਰਾਂਸਫਾਰਮਰ ਦੀ। ਇਹਦੇ 'ਚ ਵਾਈਂਡਿੰਗ ਰੈਜ਼ਿਸਟੈਂਸ ਜਮਾਂ ਨੈਗਲੀਜੀਬਲ ਹੁੰਦੀ ਹੈ, ਕੋਰ ਲੋਸ ਜਮਾਂ ਨੈਗਲੀਜੀਬਲ ਹੁੰਦੇ ਨੇ। ਠੀਕ ਹੈ ਨਾ, ਐਫੀਸ਼ੀਐਂਸੀ ਇਹਦੀ 100% ਹੁੰਦੀ ਹੈ। ਠੀਕ ਹੈ, ਜਿਹੜਾ ਪ੍ਰਾਇਮਰੀ ਦਾ ਫਲਕਸ ਹੈ ਸਾਰਾ, ਉਹ ਸਾਰਾ ਦਾ ਸਾਰਾ ਸੈਕੰਡਰੀ ਵਾਈਂਡਿੰਗ ਨਾਲ ਲਿੰਕ ਕਰਦਾ। ਠੀਕ ਹੈ, ਕੀ ਮਤਲਬ ਹੋਇਆ ਇਹਨਾਂ ਸਾਰੀ ਗੱਲਾਂ ਦਾ। ਆਹ ਟਰਾਂਸਫਾਰਮਰ ਹੈ ਆਪਣੇ ਕੋਲ। ਠੀਕ ਹੈ ਜੀ, ਫਰਜ਼ ਕਰੋ ਆਹ ਵਾਈਂਡਿੰਗ ਲਪੇਟੀਆਂ ਹੋਈਆਂ, ਆਹ ਪ੍ਰਾਇਮਰੀ ਵਾਈਂਡਿੰਗ ਹੈ, ਆਹ ਸੈਕੰਡਰੀ ਵਾਈਂਡਿੰਗ ਹੈ। ਹੁਣ ਮੈਂ ਤੁਹਾਨੂੰ ਦੱਸਿਆ ਸੀ ਇਹ ਵਾਈਂਡਿੰਗ ਮੈਟਲ ਦੀ ਹੁੰਦੀਆਂ, ਪ੍ਰਾਇਮਰੀ ਅਤੇ ਸੈਕੰਡਰੀ ਕਾਪਰ ਦੀਆਂ ਜਿਵੇਂ ਕਿ। ਠੀਕ ਹੈ, ਤਾਂ ਮੈਟਲ ਦੀ ਕੋਈ ਨਾ ਕੋਈ ਆਪਦੀ ਰੈਜ਼ਿਸਟੈਂਸ ਹੁੰਦੀ ਆ ਆਰ। ਠੀਕ ਹੈ ਨਾ, ਇਹ ਕੀ ਕਹਿੰਦੇ ਨੇ ਕਿ ਆਈਡੀਅਲ ਟਰਾਂਸਫਾਰਮਰ 'ਚ ਕੀ ਹੁੰਦਾ ਹੈ ਕਿ ਇਹਦੀ ਰੈਜ਼ਿਸਟੈਂਸ ਹੈ ਜਿਹੜੀ, ਅਤੇ ਇਹਦੀ ਰੈਜ਼ਿਸਟੈਂਸ ਹੈ, ਰੈਜ਼ਿਸਟੈਂਸ ਪ੍ਰਾਇਮਰੀ ਦੀ ਇਕੁਅਲ ਟੂ ਰੈਜ਼ਿਸਟੈਂਸ ਸੈਕੰਡਰੀ ਦੀ ਇਕੁਅਲ ਟੂ ਲਗਭਗ ਇਹ 0 ਹੁੰਦੀ ਹੈ। ਕੀ ਆਈਡੀਅਲੀ ਕੀ ਮੰਨਦੇ ਨੇ ਇਹ ਕਿ ਰੈਜ਼ਿਸਟੈਂਸ ਇਹਦੀ ਵਾਈਂਡਿੰਗ ਦੀ ਅਤੇ ਇਸ ਵਾਈਂਡਿੰਗ ਦੀ ਲਗਭਗ 0 ਹੁੰਦੀ ਹੈ। ਠੀਕ ਹੈ, ਹੁਣ ਅਗਲਾ ਪੁਆਇੰਟ ਕੀ ਹੈ
कि जिहड़ा कोर च लॉस है, कोर च फ्लक्स फ्लो करता है। फ्लक्स फ्लो होने वास्ते तुहानूं दस्सिया सी पहलां कोर दी मैगनेटाइजेशन हुंदी है। ये की कहंदे ने कि जिहड़ा कोर च लॉस है, ठीक है, ओह लगभग जीरो हुंदा हैगा। ठीक है जी। हुण दूजी गल की कहंदे ये कि जिन्ना प्राइमरी फ्लक्स जनरेट कर रही है वो सारा का सारा सैकेंडरी नाल लिंक हो रहा है। इस तरह कि जो भी फ्लक्स है वो इहदे नाल सैकेंडरी नाल लिंक हो रहा। कोई भी फ्लक्स आई नहीं हैगा, इस तरह का कोई फ्लक्स नहीं हुंदा कि जिहड़ा सैकेंडरी नाल लिंक नहीं हो रहा। इसे करके ये आम तौर च पॉसीबल नहीं हैगा, प्रैक्टिकली ये ट्रांसफार्मर पॉसीबल नहीं हैगा। ये जमा परफेक्ट लैब कंडीशंस की गल करते हैं आइडियल ट्रांसफार्मर की। ठीक है, हुण आइडियल ट्रांसफार्मर हुण हुंदा की है, एक यह लॉसलैस डिवाइस है। लॉसलैस डिवाइस का मतलब कि इहदे च कोई भी लॉस नहीं हुंदा, कोई भी लॉस नहीं हुंदा किसी भी तरह का, ना तो यदी वाइंडिंग च, ना यदी कोर च। ठीक है, तो ना ही कोई आए कि फ्लक्स जिहड़ा प्राइमरी जनरेट कर रहा है वो सैकेंडरी नाल नहीं लिंक होएगा, सारा लॉसलैस डिवाइस हुंदा हैगा। ठीक है, उही इहने इत्थे लिखिया कि जीरो रेजिस्टेंस हुंदी है। ठीक है ना, प्राइमरी वाइंडिंग की भी तो सैकेंडरी वाइंडिंग की भी। ठीक है, हुण जिहड़ी आह फिगर है यह एक आइडियल ट्रांसफार्मर नूं डिनोट करती है, उन्होंने रिप्रजेंट करती है। इहदे च की है, आह एक प्राइमरी वाइंडिंग है। ठीक है, प्राइमरी वाइंडिंग करंट फ्लो करन लग्या IPT, इत्थे वोल्टेज लगाई हुई थी आपां VPT। इहदे करके की है, हुण करंट इधर नूं फ्लो कर रहा, तां करके आह डॉट इत्थे लगा दिता गया। ठीक है, जदों हुण आ वाइंडिंग करंट फ्लो करन लग गया तां कि एक फ्लक्स प्रोड्यूस होया। ठीक है, φm, जिहड़ा कि आह अपनी सैकेंडरी वाइंडिंग है इहदे नाल लिंक कर रहा। ठीक है, हुण जो सैकेंडरी वाइंडिंग नाल फ्लक्स लिंक करूगा, आपां गया सी इहदे च एक EMF इलैक्ट्रोमैगनेटो मोटिव फोर्स पैदा होगी, EMF E2। ठीक है, तो E2 दे करके जे आपां हाँ सर्किट क्लोज कर देंगे तो ये करंट फ्लो करन लगूगा IST, तो जिहड़ा आह सर्किट क्लोज करांगे जिहड़ा इत्थे लोड होगा। ठीक है, इहदे टर्मिनल के अगेंस्ट जिहड़ी वोल्टेज होगी वो होगी VST। ठीक है, ये सारे समझ गए। हुण ट्रांसफार्मर दा की है, मैं तुहानूं दस्सिआगा पहले नोटेशनां दा मतलब एक बारी दुबारा समझ लो। NP जिहड़ा सीगा वो प्राइमरी साइड ते नंबर ऑफ टर्न्स नूं डिनोट करदा सीगा, NS सैकेंडरी साइड ते नंबर ऑफ टर्न्स किन्नियां ने, VP जिहड़ी प्राइमरी साइड ते आपां वोल्टेज लगाई है वो किन्नी है, VS जिहड़ी सैकेंडरी साइड ते वोल्टेज प्रोड्यूस हुई है, अप्लाइड नहीं, जिहड़ी सैकेंडरी साइड ते इंड्यूस हुई है। ठीक है, हुण की है ट्रांसफार्मर च एक बड़ा ही इंपॉर्टेंट रिलेशनशिप हुंदा कि जिहड़ी प्राइमरी साइड आपां वोल्टेज दित्ती है VPT बटा जिहड़ी सैकेंडरी साइड आपां वोल्टेज दित्ती है ये किहदे इक्वल हुंदी है, NP बटा NS। इहनूं किहदे बराबर लिख दिंदे ने, इहनूं की कहने आपां टर्न्स रेशो या ट्रांसफॉर्मेशन रेशो ये भी बोल दें। ये ट्रांसफार्मर एक बड़ा ही इंपॉर्टेंट रिलेशनशिप है, बड़ा ही इंपॉर्टेंट फॉर्मूला है जिहड़ा तुसीं याद रखना।
ठीक है कि वोल्टेज उस साइड ਵੱਧ ਹੋਏਗੀ जिस साइड नंबर ऑफ टर्न्स ਵੱਧ ਹੋਣਗੀਆਂ। ਹੁਣ ਮੰਨ ਲਓ ਆਹ ਇੱਕ ਟਰਾਂਸਫਾਰਮਰ ਹੈ, ਹੁਣ ਇਹਨੂੰ ਦੇਖਣ ਤੋਂ ਪਤਾ ਲੱਗਦਾ ਹੈਗਾ ਆਹ ਇਹਦੀ N1 ਹੈ, ਆਹ N2 ਹੈ। N2 ਆਪਾਂ ਨੂੰ ਸਾਫ਼ ਦੇਖਣ ਤੋਂ ਪਤਾ ਲੱਗ ਰਿਹਾ N2 N1 ਤੋਂ ਗ੍ਰੇਟਰ ਹੈਗੀ। ਇਹਦਾ ਮਤਲਬ ਕੀ ਬਣਦਾ ਹੈ, ਜਦੋਂ ਆਪਾਂ ਇਹਨੂੰ ਵੋਲਟੇਜ ਦੇਵਾਂਗੇ ਇੱਥੇ, ਠੀਕ ਹੈ, ਤੇ ਜਿਹੜੀ ਵੋਲਟੇਜ ਸੈਕੰਡਰੀ ਸਾਈਡ ਪੈਦਾ ਹੋਊਗੀ ਉਹ VP ਤੋਂ ਵੱਡੀ ਹੋਊਗੀ। मतलब की है इस तरह ट्रांसफार्मर वोल्टेज ਨੂੰ ਵਧਾਊਗਾ, ਇਨਕਰੀਜ਼ ਕਰੂਗਾ। ਇਸ ਤਰ੍ਹਾਂ ट्रांसफार्मर ਨੂੰ ਆਪਾਂ ਬੋਲਦੇ ਹਾਂ ਸਟੈਪ ਅਪ ट्रांसफार्मर। ठीक है, ਇਹ ਰਿਲੇਸ਼ਨਸ਼ਿਪ ਯਾਦ ਰੱਖਣਾ, ਇਹ ਬਹੁਤ ਇੰਪੋਰਟੈਂਟ ਹੈ। ਹੁਣ ट्रांसफार्मर ਜਿਹੜਾ ਆਪਾਂ ਰਿਲੇਸ਼ਨਸ਼ਿਪ ਕੀਤਾ ਹੈ ਇਹ ਆਪਾਂ ਵੋਲਟੇਜ ਦਾ ਨੰਬਰ ਆਫ ਟਰਨਸ ਨਾਲ ਕੀਤਾ ਹੈਗਾ। ਠੀਕ ਹੈ, ਤੇ ਕਰੰਟ ਵੀ ਸਿਮਿਲਰਲੀ ਰਿਲੇਟਡ ਹੁੰਦਾ। ਕਰੰਟ ਕੀ ਹੁੰਦਾ ਕਿ ਜਿਹੜਾ ਪ੍ਰਾਇਮਰੀ ਸਾਈਡ ਤੇ ਕਰੰਟ ਹੈ ਉਹ ਜਿਹੜਾ ਸੈਕੰਡਰੀ ਸਾਈਡ ਤੇ ਕਰੰਟ ਹੈ ਉਹ ਨੰਬਰ ਆਫ ਟਰਨਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦਾ, उल्टा प्रपोर्शनल होंगे वो में IP है तो यह NS बटा NP होएगा। ठीक है ना, NP बटा NS आप की लिखे थे A ट्रांसफॉर्मेशन रेशियो। ठीक है, ये की हो गया 1 बटा A। तो वोल्टेज का रिलेशनशिप की लिखा थी, वोल्टेज डायरेक्टली प्रपोर्शनल होंगी है। ठीक है, सॉरी इसे में वोल्टेज डायरेक्टली प्रपोर्शनल होंगी है। ठीक है, तो आह ओवरऑल एक रिलेशनशिप बन गया। ठीक है, तो यह सब ने ध्यान च रखना। ठीक है जी, हुण की है आपां एक हल्का जो टॉपिक होर कर लीए, फिर यह टॉपिक डिटेल च मैं तुहानूं अगली क्लास कराऊँगा। ठीक है, हुण पावर जिहड़ी सप्लाई करते हैं ट्रांसफार्मर नूं, जिहड़ी आपां ट्रांसफार्मर अपना, ठीक है, इधर आपां वोल्टेज लगाई VP, करंट फ्लो करन लग्या IP, तो जिहड़ी आह पावर है ये आपां कहने कि पावर सप्लाई कीती है। ये पावर सप्लाई कितनी कर रहे हैं आप ट्रांसफार्मर को, इनपुट पावर कितनी है। ठीक है, ये हैगी है पावर का फॉर्मूला की होंगे, आप पढ़ ही चुके हैं पिछले सैमेस्टर BEE च। वोल्टेज जिन्ना है VP करंट IP cos phi t थीटा t सॉरी थीटा t थीटा p। ठीक है, कि वोल्टेज गुणा करंट तो जोड़ा उन्होंने एंगल है वह कोसाइन, उन्होंने कह देंगे पावर। तो पावर इनपुट कितनी होगी VP IP cos थीटा P। ठीक है ना, इस तरह सेकेंडरी साइड पावर कितनी होगी P आउट, जी सेकेंडरी साइड पावर लैंदा है ये है VS IS cos थीटा S। जिहड़ा वोल्टेज सेकेंडरी साइड आई है VS, जी टर्मिनल वोल्टेज है इत्थे अपनी लोड जे ला दिए ये टर्मिनल के क्रॉस जी वोल्टेज है VS, करंट जिहड़ा फ्लो कर रहा इधर IS, तो इन्हां जिहड़ा एंगल है दोनों च उहदा कोसाइन उस एंगल का। ठीक है, ये होगी अपनी आउटपुट पावर।
ठीक है जी, समझ गए। आह हो गई अपनी इनपुट पावर, आह हो गई अपनी आउटपुट पावर। समझ गए किवें लिखी है? ठीक है। हुण की है आइडियल ट्रांसफार्मर च इत्थे गलत लिखा हुआ, इत्थे इक्वल टू आऊगा कि वोल्टेज ते जिहड़े करंट है दोनों साइड ते उन्हां च जिहड़ा एंगल है आ थीटा पी ते थीटा एस ये सेम होएगा। ठीक है, ये सेम होएगा आइडियल ट्रांसफार्मर च। ठीक है, हुण आह लास्ट फिगर है अपनी, यह BW च पढ़ी हुई है, मैं तुहानूं थोड़ी याद कराउणा चाहूँगा आपां की कीता सीगा। इहनूं बोलदे ने पावर दी ट्रायंगल, पावर ट्रायंगल। ठीक है, ਇਹਦੇ ਕੀ ਹੁੰਦਾ ਜਿਹੜਾ ਬੇਸ ਤੇ ਹੁੰਦਾ ਆਹ ਇਹ ਹੁੰਦੀ ਹੈ ਐਕਟਿਵ ਪਾਵਰ। ਐਕਟਿਵ ਪਾਵਰ ਜਿਹੜੀ ਐਕਚੁਅਲੀ ਆਪਣੇ ਕਸਟਮਰ ਦੇ ਜਿਹੜਾ ਯੂਜ਼ ਕਰਦਾ ਉਹਦੇ ਯੂਜ਼ 'ਚ ਹੁੰਦੀ ਹੈ, ਜਿਹੜੀ ਪਾਵਰ ਆਪਣੇ ਡਿਵਾਈਸਿਸ ਨੂੰ ਡਰਾਈਵ ਕਰਦੀ ਹੈ ਐਕਚੁਅਲ ਯੂਜ਼ਫੁਲ ਫਾਰ, ਉਹ ਹੁੰਦੀ ਹੈ ਇਹ। ਆਹ ਹੁੰਦੀ ਹੈ ਇਹਦੀ ਐਕਟਿਵ ਪਾਵਰ, ਇਹਨੂੰ ਡਿਨੋਟ ਕਰਦੇ ਆ Q ਨਾਲ। ਠੀਕ ਹੈ, ਤੇ ਜੇ ਇੱਥੇ ਆਪਾਂ ਹਾਈਪੋਟੇਨਸ ਥਿਓਰਮ ਲਗਾਈਏ ਤਾਂ ਐਪਰੈਂਟ ਪਾਵਰ ਕਿੰਨੀ ਆਉਂਦੀ ਆਪਣੀ? ਬੇਸ ਦਾ ਸਕੇਅਰ ਪਲੱਸ ਹਾਈਟ ਦਾ ਸਕੇਅਰ, ਇਹਦਾ ਅੰਡਰ ਰੂਟ, ਇਹ ਆਉਂਦੀ ਹੈ ਆਪਣੀ ਹਾਈਪੋਟੇਨਸ ਦੀ ਵੈਲਿਊ। ਠੀਕ ਹੈ, ਜਿਹਨੂੰ ਕਹਿੰਦੇ ਆਪਾਂ ਐਪਰੈਂਟ ਪਾਵਰ। ਆ ਜਿਹੜਾ ਫਾਈ ਹੈ ਇਹਨੂੰ ਫਾਈ ਬੋਲਦੇ ਆ, ਇਹ ਕੀ ਹੈ? ਐਪਰੈਂਟ ਪਾਵਰ ਤੇ ਐਕਟਿਵ ਪਾਵਰ ਦੇ ਵਿੱਚ ਐਂਗਲ ਕਿੰਨਾ ਹੈ। ठीक है, ये आप पिछले समैसटर सारा BW च कीता सी। तां अज दा लैक्चर इत्थों तक ही सी। अगले लैक्चर च आपां पावर जिहड़ी ट्रांसफार्मर च सप्लाई करदे जिहड़ी आउटपुट पावर हुंदी है ਉਹਦੀ मदद नाल आपां ट्रांसफार्मर दी एफिशिएंसी किन्नी हुंदी है ते एफिशिएंसी दा मतलब की हुंदा है, ये सारी चीज़ां अगले लैक्चर च करांगे। अज दा लैक्चर लगाउण वास्ते तुहाडा धन्नवाद। आपां मिलांगे हुण अगले लैक्चर विच।